PTN 24 ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਦਰਸ਼ਕੋ, ਹਾਜ਼ਰ ਹਾਂ ਪ੍ਰੋਗਰਾਮ ਗੁਫ਼ਤਗੂ ਲੈ ਕੇ। ਪਿਛਲੇ ਪ੍ਰੋਗਰਾਮ ਦੇ ਅੰਦਰ ਤੁਸੀਂ ਮਿਲੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਰਾਜਪਾਲ ਸਿੰਘ ਬੋਪਾ ਰਾਏ ਨੂੰ ਤੇ ਨਾਲ ਸੀ ਜਸਵਿੰਦਰ। ਔਰ ਪ੍ਰੋਗਰਾਮ ਤੋਂ ਬਾਅਦ ਅੱਜ ਤੱਕ ਇੰਨੇ ਮੈਸੇਜ ਆਏ ਕਿ ਰਾਜਪਾਲ ਵੀਰ ਜੀ ਨੂੰ ਦੁਬਾਰਾ ਬੁਲਾਓ। ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਪ੍ਰਵਾਨ ਕੀਤੀ, ਸਟੂਡੀਓ 'ਚ ਹਾਜ਼ਰ ਹੋਏ। ਮੈਂ ਉਹਨਾਂ ਦਾ ਇਸਤਕਬਾਲ ਕਰਾਂਗੀ, ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹਾਂਗੀ। ਪ੍ਰੋਗਰਾਮ ਗੁਫ਼ਤਗੂ ਯਾਨੀ ਗੱਲਬਾਤ ਯਾਨੀ ਸੰਵਾਦ ਯਾਨੀ ਡਾਇਲੋਗ। ਇਹ ਡਾਇਲੋਗ ਹਰ ਇੱਕ ਦਾ ਆਪਣੇ ਆਪ ਨਾਲ ਵੀ ਹੋ ਸਕਦਾ ਹੈ, ਸਮਾਜ ਨਾਲ ਹੋ ਸਕਦਾ ਹੈ, ਦੋਸਤਾਂ ਨਾਲ ਹੋ ਸਕਦਾ ਹੈ, ਕੁਦਰਤ ਨਾਲ ਹੋ ਸਕਦਾ ਹੈ। ਕਵੀ ਅਜੀਬ ਚੀਜ਼ ਹੈ ਜਿਹੜਾ ਆਲੇ ਦੁਆਲੇ ਦੇਖਦਾ ਹੋਇਆ ਕੁਦਰਤ ਨਾਲ ਗੱਲਾਂ ਕਰਦਾ, ਆਪਣੇ ਆਪ ਨਾਲ ਗੱਲਾਂ ਕਰਦਾ। ਉਹਦੀਆਂ ਉਹ ਗੱਲਾਂ ਫਿਰ ਜਦੋਂ ਛਪਦੀਆਂ ਨੇ ਤਾਂ ਅਸੀਂ ਉਹ ਸੁਣ ਕੇ ਅਗੇਨ ਉਸ ਪੋਇਟਰੀ ਨੂੰ, ਉਸ ਸੀਨ ਨੂੰ, ਉਸ ਸਿਚੁਏਸ਼ਨ ਨੂੰ ਫਿਰ ਦੁਬਾਰਾ ਐਕਸਪੀਰੀਅੰਸ ਕਰਦੇ ਹਾਂ। ਇਹ ਦੋ ਤਰ੍ਹਾਂ ਦਾ, ਇੱਕ ਤਰ੍ਹਾਂ ਦਾ ਜਨਮ ਹੁੰਦਾ ਹੈ, ਦੋ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ। ਇੱਕ ਉਹ ਕਵੀ ਆਪ ਜੋ ਬਾਹਰੋਂ ਦੇਖ ਰਿਹਾ ਹੈ, ਆਤਮਸਾਤ ਕਰ ਰਿਹਾ ਹੈ, ਉਹਨੂੰ ਅੰਦਰ ਪਾ ਕੇ ਉਹਦੇ ਵਿੱਚੋਂ ਕੁਝ ਕ੍ਰੀਏਟ ਕਰਦਾ ਹੈ। ਫਿਰ ਉਹਦੀ ਕ੍ਰੀਏਸ਼ਨ ਦੇ ਨਾਲ ਅਸੀਂ ਲਾਹੇਵੰਦ ਹੁੰਦੇ ਹਾਂ। ਇਹ ਇੱਕ ਇੰਨਾ ਪਿਆਰਾ ਪ੍ਰੋਸੈਸ ਹੈ। ਕਵੀ ਲਈ ਸ਼ਾਇਦ ਦੁਖਦਾਈ ਹੋਏ, ਕਿਉਂਕਿ ਉਹ ਜਿਹੜੀਆਂ ਭਾਵਨਾਵਾਂ ਨੇ ਹੋ ਸਕਦਾ ਕਿਸੇ ਤਕਲੀਫ 'ਚੋਂ ਪੈਦਾ ਹੋਈਆਂ ਹੋਣ, ਕਿਸੇ ਐਕਸਪੀਰੀਅੰਸ 'ਚੋਂ ਪੈਦਾ ਹੋਈਆਂ ਹੋਣ, ਦੁਖਦਾਈ ਭਾਵੇਂ ਹੋਣ, ਲੇਕਿਨ ਉਹ ਮੁੜ ਮੁੜ ਕੇ ਪੜ੍ਹਨਾ, ਉਹ ਮੁੜ ਮੁੜ ਕੇ ਸੁਣਨਾ, ਦੁੱਖ ਹੋਣ ਦੇ ਬਾਵਜੂਦ ਵੀ ਇੱਕ ਅਜੀਬ ਕਿਸਮ ਦੀ ਕਸ਼ਿਸ਼ ਹੁੰਦੀ ਹੈ, ਅਜੀਬ ਕਿਸਮ ਦੀ ਉਹਦੇ ਅੰਦਰ ਖਿੱਚ ਹੁੰਦੀ ਹੈ। ਆਪਾਂ ਵਾਰ-ਵਾਰ ਸ਼ਿਵ ਬਟਾਲਵੀ ਨੂੰ ਪੜ੍ਹਦੇ ਹਾਂ, ਬੇਸ਼ੱਕ ਬੜੀ ਤਕਲੀਫ ਹੁੰਦੀ ਹੈ, ਉਹਦੀਆਂ ਕਵਿਤਾਵਾਂ ਬੜੀਆਂ ਦਰਦ ਭਰੀਆਂ ਹੋਈਆਂ ਨੇ, ਪਰ ਉਹ ਦਰਦ 'ਚ ਮਿਠਾਸ ਹੈ। ਸੋ ਕਵੀ ਦੀ ਸ਼ਾਇਰੀ, ਉਹਦੇ ਅੰਦਰ ਦਾ ਹਾਲਾਤ, ਫਿਰ ਸਾਨੂੰ ਉਹਦੀ ਪੇਸ਼ਕਾਰੀ, ਔਰ ਉਹ ਪੜ੍ਹ ਕੇ ਫਿਰ ਸਾਡੇ ਅੰਦਰ ਦੇ ਹਾਲਾਤ, ਇੱਕ ਲੰਬਾ ਪ੍ਰੋਸੈਸ ਹੈ। ਇਹ ਲੱਗਦਾ ਹੈ ਕਿ ਬੜਾ ਇੱਕ ਛੋਟੀ ਜਿਹੀ ਗੱਲ ਹੈ, ਪਰ ਵਾਕਈ ਬੜੀ ਗਹਿਰੀ ਤੇ ਬੜੀ ਡੂੰਘੀ ਗੱਲ ਹੈ। ਅੱਗੇ ਤੁਰਨ ਤੋਂ ਪਹਿਲਾਂ ਮੈਂ ਭਾਜੀ ਦਾ, ਆਪਣੇ ਵੀਰ ਜੀ ਦਾ ਪਹਿਲੇ ਸਵਾਗਤ ਕਰਨਾ ਚਾਹਾਂਗੀ, ਇਸਤਕਬਾਲ ਕਰਨਾ ਚਾਹਾਂਗੀ। ਵੀਰ ਜੀ, ਤੁਹਾਡਾ ਅਗੇਨ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। PTN 24 ਦੇ ਮਾਧਿਅਮ ਰਾਹੀਂ ਭੈਣ ਜੀ ਦੇ ਹੁਕਮਾਂ ਨੇ ਤੁਹਾਡੀ ਕਚਹਿਰੀ ਦੇ ਵਿੱਚ ਪਿਆਰੇ ਦਰਸ਼ਕੋ ਦੁਬਾਰਾ ਲਿਆਣ ਖੜਾ ਕੀਤਾ ਹੈ। ਪਿਛਲੇ ਪ੍ਰੋਗਰਾਮ ਤੋਂ ਮਿਲੇ ਹੰਗਾਰੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਮੈਂ ਮਾफ़ੀ ਚਾਹੁੰਦਾ ਹਾਂ ਕਿ ਮੇਰੀਆਂ ਉਹਨਾਂ ਗੱਲਾਂ ਨਾਲ ਕਿਸੇ ਦੀ ਜੇ ਭਾਵਨਾ ਨੂੰ ਕੋਈ ਠੇਸ ਲੱਗੀ ਹੋਵੇ, ਕਿਸੇ ਨੂੰ ਉਦਾਸ ਕਰ ਗਿਆ ਹੋਵਾਂ, ਅਤੇ ਉਸ ਲਈ ਮੈਂ ਮਾफ़ੀ ਚਾਹੁੰਦਾ। ਪਰ ਅੱਜ ਕੋਸ਼ਿਸ਼ ਇਹੀ ਹੋਵੇਗੀ ਕਿ ਹਕੀਕਤਾਂ ਦੀ ਕੜੱਤਣ ਨਾਲ ਤੁਹਾਨੂੰ ਭਾਵਕ ਅਤੇ ਉਦਾਸ ਨਾ ਕਰਾਂ। ਅੱਜ ਆਪਾਂ ਗੱਲ ਕਰਾਂਗੇ ਹੱਕ ਦੀ, ਸੱਚ ਦੀ, ਹਾਸਿਆਂ ਦੀ, ਮੁਹੱਬਤਾਂ ਦੀ। ਪਰ ਇੱਕ ਗੱਲ ਪੱਕੀ ਹੈ ਪਿਆਰੇ ਦਰਸ਼ਕੋ, ਮਾफ़ੀ ਚਾਹੁੰਦਾ ਹੈ ਕਿ ਇਹ ਗੱਲਾਂ ਵੀ ਹਕੀਕਤਾਂ ਦੇ ਨੇੜੇ ਤੇੜੇ ਹੀ ਹੋਣੀਆਂ ਨੇ। ਬਿਲਕੁਲ ਬਿਲਕੁਲ। ਉਹ ਬੜਾ ਪਿਆਰਾ है ना, एक साहिर लुधियानवी का शेर है शायद, कि देखा है ज़िंदगी को कुछ इतना करीब से, चेहरे तमाम लगने लगे हैं अजीब से। सो गल है कि ਅਸੀਂ ਜ਼ਿੰਦਗੀ ਨੂੰ ਕਿੰਨਾ ਕਰੀਬ ਤੋਂ ਦੇਖਦੇ ਹਾਂ। ਜੀ ਆਪਾਂ ਸਾਰੇ ਰਹੇ ਹਾਂ, ਹੈ ਨਾ, ਲੇਕਿਨ ਅਸੀਂ ਸਵੇਰ ਤੋਂ ਸ਼ਾਮ ਤੱਕ ਮਾਈਂਡਫੁਲ ਹੋ ਕੇ, ਅਵੇਅਰ ਹੋ ਕੇ ਆਪਣੇ ਆਪ ਨੂੰ, ਆਪਣੇ ਆਲੇ ਦੁਆਲੇ ਦੇ ਨਾਲ ਸਾਡਾ ਤਾਲਮੇਲ ਕਿੰਨਾ ਹੈ, ਔਰ ਉਸ ਤਾਲਮੇਲ ਦੇ ਅੰਦਰ ਅਸੀਂ ਪੜਚੋਲ ਕਰ ਸਕੀਏ ਕਿ ਵੀ ਇਹ ਤਾਲਮੇਲ ਦੇ ਨਾਲ ਮੈਨੂੰ ਉਦਾਸੀ ਆਈ ਹੈ, ਇਸ ਤਾਲਮੇਲ ਦੇ ਨਾਲ ਮੈਨੂੰ ਖੁਸ਼ੀ ਹੋਈ ਹੈ, ਤਾਂ ਫਿਰ ਅੱਗੋਂ ਮੈਂ ਡਿਸਾਈਡ ਕਰ ਸਕਾਂ ਕਿ ਕਿਹੜੇ ਐਸੇ ਸੋਰਸਿਸ ਨੇ ਜਿਹੜੇ ਮੈਨੂੰ ਮੋਟੀਵੇਟ ਕਰਕੇ ਰੱਖਣ। ਸੋ ਇਹ ਕਵੀ ਦਾ ਹੀ ਕੰਮ ਹੈ। ਆਮ ਬੰਦਾ ਜਿਹੜਾ ਹੈ ਉਹ ਸਿਰਫ ਇੱਕ ਚੱਲ ਰਿਹਾ ਚਾਲ, ਸਵੇਰੇ ਉੱਠੇ ਰਾਤ ਪੈ ਗਈ, ਇੱਕ ਚੱਕਰਵਿਊਹ ਦੇ ਵਿੱਚ। ਕੋਈ ਟਾਈਮ ਨਹੀਂ ਕਿ ਅਸੀਂ ਸੋਚ ਸਕੀਏ ਕਿ ਜਿਹੜਾ ਜੀਵਨ ਚੱਲ ਰਿਹਾ ਹੈ ਉਹ ਸਾਡਾ ਕਿੱਦਾਂ ਦਾ ਚੱਲ ਰਿਹਾ ਹੈ, ਸਾਡੇ ਆਲੇ ਦੁਆਲੇ ਕੀ ਚੱਲ ਰਿਹਾ ਹੈ, ਸਾਡੀ ਕਾਇਨਾਤ 'ਚ ਕੀ ਚੱਲ ਰਿਹਾ ਹੈ। ਸੋ ਕਵੀ ਦਾ ਦਿਲ ਹੋਣਾ, ਮੈਂ ਕਹਿੰਦੀ ਹਾਂ, ਪਰਮਾਤਮਾ ਦੀ ਬੜੀ ਵੱਡੀ ਬਖਸ਼ਿਸ਼ ਹੈ। ਇੰਨਾ ਸੰਵੇਦਨਸ਼ੀਲ ਹੋਣਾ, ਇੰਨਾ ਸਹਿਰਦੇ ਹੋਣਾ, ਇਹ ਬੜੀ ਵੱਡੀ ਗੱਲ ਹੈ। ਸੋ ਐਨੀਵੇ, ਮੈਂ ਤੁਹਾਡੀ ਸੰਵੇਦਨਸ਼ੀਲਤਾ ਦਾ, ਸੁਹਰਦਤਾ ਦਾ ਜਿਹੜਾ ਪ੍ਰਮਾਣ ਹੈ ਉਹ ਸ਼ੁਰੂ ਹੋ ਚੁੱਕਿਆ ਦੇਖਣਾ ਪਿਛਲੇ ਪ੍ਰੋਗਰਾਮ ਤੋਂ, ਔਰ ਇੰਨੀ ਜ਼ਿਆਦਾ ਮੈਨੂੰ ਮੋਟੀਵੇਸ਼ਨ ਮਿਲੀ ਹੈ। ਬਲਕਿ ਕਈਆਂ ਨੇ ਤਾਂ ਇਹ ਕਿਹਾ ਕਿ ਭਾਜੀ ਨੂੰ ਲਗਾਤਾਰ ਲੈ ਕੇ ਆਓ, ਜਿਹੜੀ ਪੁਸਤਕ ਲਿਖੀ ਹੈ ਉਹ ਸਾਰਾ ਉਹਨਾਂ ਦਾ ਇੱਕ ਵੀਡੀਓ ਬਣ ਜਾਏ ਤਾਂ ਕਿ ਅਸੀਂ ਵਾਰ-ਵਾਰ ਸੁਣ ਸਕੀਏ ਉਹਨਾਂ ਨੂੰ। ਮਿਹਰਬਾਨੀ। ਹਾਂ, ਦਰਸ਼ਕਾਂ ਦੀ, PTN ਚੈਨਲ ਦੀ ਬਹੁਤ ਬਹੁਤ ਨਹੀਂ, ਬਹੁਤ ਬਹੁਤ ਸ਼ੁਕਰੀਆ। ਸੋ ਉਸ ਦਿਨ ਵੀਰ ਜੀ ਆਪਾਂ ਪ੍ਰੋਗਰਾਮ ਕੀਤਾ ਥੋੜਾ ਡਿਫਰੈਂਟ ਹਟ ਕੇ, ਪਰ ਅੱਜ ਆਪਣਾ ਦਿਲ ਸੇ ਦਿਲ ਕੀ ਬਾਤ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਇੰਡੀਆ ਦੇ ਵਿੱਚ ਤੁਹਾਡੀ ਬੈਕਗਰਾਊਂਡ ਥੋੜਾ ਜਿਹਾ ਦੱਸੋ ਆਪਣੇ ਬਾਰੇ।
ਮੇਰੀ ਬੈਕਗ੍ਰਾਉਂਡ ਬੜੀ ਸਿੰਪਲ ਹੈ ਜੀ। ਇੱਕ ਛੋਟੀ ਕਿਸਾਨੀ ਦੇ ਪਰਿਵਾਰ ਵਿੱਚੋਂ ਬੀਜੀ ਪਿਤਾ ਜੀ ਮਾਂ ਬਾਪ ਅਧਿਆਪਕ ਰਹੇ ਨੇ। ਅੱਛਾ ਜੀ। ਪਰ ਹੁਣ ਉਹ ਇਸ ਦੁਨੀਆ ਤੇ ਨਹੀਂ ਹੈ। ਬਾਕੀ ਸਾਰਾ ਸਾਡਾ ਪਰਿਵਾਰ ਜਿਹੜਾ ਹੈਗਾ ਹੈ ਉਹ ਅਧਿਆਪਨ ਦੇ ਵਿਸ਼ੇ ਦੇ ਨਾਲ ਹੀ, ਕਿੱਤੇ ਦੇ ਨਾਲ ਹੀ ਰਿਲੇਟਡ ਰਿਹਾ। ਮੇਰੇ ਤਾਇਆ ਜੀ, ਮੇਰੇ ਚਾਚਾ ਜੀ, ਭੂਆ ਜੀ ਹੋਣੀ, ਅੱਛਾ ਜੀ, ਮਾਮਾ ਜੀ ਹੋਣੀ, ਅੱਛਾ, ਹਾਂ, ਉਹ ਸਾਰੇ ਹੀ ਅਧਿਆਪਨ ਦੇ ਕਿੱਤੇ ਨਾਲ। ਮੇਰੀ ਮਾਸੀ ਜੀ MSc ਉਹਨਾਂ ਨੇ ਕੀਤੀ ਹੋਈ ਸੀ, ਉਹ ਵੀ ਅੱਛੇ ਟੀਚਰ ਰਹੇ ਨੇ ਆਪਣੇ ਟਾਈਮ ਦੇ। ਤੇ ਤੁਸੀਂ ਟੀਚਿੰਗ 'ਚ ਨਹੀਂ ਗਏ? ਮੈਂ ਟੀਚਿੰਗ 'ਚ ਨਹੀਂ ਗਿਆ ਕਿਉਂਕਿ ਮੈਂ ਸ਼ੁਰੂ 'ਚ ਨਾ ਬੜੀਆਂ ਉਹ ਮੈਂ ਵਿਗੜ ਗਿਆ ਸੀਗਾ ਜੀ। ਅੱਛਾ, ਬਾਗੀ ਹੋ ਗਿਆ। ਅੱਛਾ, ਹਾਂਜੀ ਹਾਂਜੀ। ਅੱਛਾ, ਕਿ ਪਰੰਪਰਾ ਦੇ ਖਿਲਾਫ ਚੱਲ ਰਹੇ ਹੈ। ਹਾਂ, ਮੈਂ ਇਹਦੇ ਕੋਲ ਥੋੜਾ ਵੀ ਆ ਪਾਸੇ ਜਾਣਾ ਫਿਰ ਕਿ ਉਸ ਕਰਕੇ ਫਿਰ ਮੈਂ ਬਹੁਤਾ ਪਰ ਅੱਖਰਾਂ ਨੇ ਘੇਰ ਲਿਆ ਤੁਹਾਨੂੰ? ਅੱਖਰਾਂ ਨੇ। ਫਿਰ ਮੇਰੀ ਉਹ ਸਿਸਟਰ ਨੇ ਵੀ B.Ed ਕੀਤੀ ਹੋਈ ਆ, ਮੇਰੀ ਉਹ ਭੂਆ ਜੀ ਨੇ ਵੀ ਕੀਤੀਆਂ ਹੋਈਆਂ ਨੇ। ਉਹ ਅਧਿਆਪਨ ਦੇ ਵਿਸ਼ੇ ਨਾਲ ਸਾਡਾ ਸਾਰਾ ਪਰਿਵਾਰ ਰਿਹਾ। ਅੱਛਾ, ਵੈਰੀ ਗੁੱਡ। ਜਿੱਥੋਂ ਤੱਕ ਇਹ ਲਿਖਣ ਦੀ ਪ੍ਰਕਿਰਿਆ ਦਾ ਸੰਬੰਧ ਹੈ, ਉਹਦੇ ਬਾਰੇ ਵੀ ਮੈਂ ਕਹਿਣੀ ਚਾਹੁੰਦਾ ਹਾਂ ਕਿ ਮੇਰੇ ਭੂਆ ਜੀ ਹੋਣੀ ਅੱਛਾ ਲਿਖਦੇ ਨੇ। ਉਹਨਾਂ ਦਾ ਬੇਟਾ ਵਿਕਰਮ ਸੰਧੂ ਦੇ ਨਾਂ ਥੱਲੇ ਬੜਾ ਅੱਛਾ ਲਿਖਦਾ ਹੈ ਉਹ ਵੀ। ਵਾਹ, DNA ਦੇ ਅੰਦਰ ਪਰਮਾਤਮਾ ਨੇ ਕੈਫੀਅਤ ਪਾਈ ਹੈ। ਹਾਂਜੀ, ਪਰ ਜਿੱਥੋਂ ਤੱਕ ਮੇਰੀ ਜਿਹਨੂੰ ਕਹਿੰਦੇ ਨਾ ਗੁੜਤੀ ਵਾਲਾ ਜਿਹੜਾ ਸੰਬੰਧ ਹੈ, ਲਿਖਣ ਦੀ ਗੁੜਤੀ, ਉਹ ਮੈਨੂੰ ਨਾਨਕਿਆਂ ਤੋਂ ਮਿਲੀ ਜੀ। ਅੱਛਾ। ਹਾਂਜੀ, ਮੇਰੇ ਛੋਟੇ ਮਾਮਾ ਜੀ ਨੇ ਪ੍ਰੋਫੈਸਰ ਅਤੈ ਸਿੰਘ, ਉਹਨਾਂ ਦੀ ਕੰਪਨੀ 'ਚ ਮੈਂ ਆਪਣੀ ਕਾਲਜ ਦੀ ਸਟੱਡੀ ਦੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੀ ਸੰਗਤ 'ਚ ਰਿਹਾ। ਅੱਛਾ। ਉਹਨਾਂ ਤੋਂ ਮੈਂ ਭਾਵੁਕਤਾ ਸਿੱਖੀ। ਤੇ ਇਹ ਜੋ ਵੀ ਲਿਖਣ ਪ੍ਰਕਿਰਿਆ ਇਹ ਭਾਵੁਕਤਾ ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਸਪੌਂਟੇਨੀਅਸ ਓਵਰਫਲੋ ਆਫ ਪਾਵਰਫੁਲ ਫੀਲਿੰਗ, ਸ਼ੇਕਸਪੀਅਰ ਕਹਿੰਦਾ। ਹਾਂਜੀ। ਦੂਸਰੀ ਗੱਲ, ਆਪਣਾ ਵੈਸੇ ਤਾਂ ਰਸੂਲ ਹਮਜ਼ਾਤੋ ਆਪਣੀ ਕਿਤਾਬ 'ਚ ਲਿਖਦੇ ਨੇ, ਮੇਰਾ ਦਾਗਿਸਤਾਨ ਉਹਨਾਂ ਦੀ ਬੜੀ ਮਸ਼ਹੂਰ ਕਿਤਾਬ ਹੈ। ਅੱਛਾ, ਉਹਨਾਂ ਦੀ ਕਿਤਾਬ ਹੈ ਮੇਰਾ ਦਾਗਿਸਤਾਨ? ਮੇਰਾ ਦਾਗਿਸਤਾਨ ਕਮਾਲ ਹੈ। ਫਿਰ ਤਾਂ ਹੁਣ ਕੁਝ ਕਹਿਣ ਨੂੰ ਕੁਝ ਰਹਿ ਹੀ ਨਹੀਂ ਗਿਆ। ਹਾਂਜੀ, ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। ਉਹਦੇ ਵਿੱਚ ਉਹ ਲਿਖਦੇ ਨੇ ਕਿ ਹਰ ਬੰਦਾ ਕਵੀ ਹੁੰਦਾ ਹੈ ਆਪਣੀ ਫਿਤਰਤ। ਜੀ ਜੀ। ਪਰ ਫਰਕ ਸਿਰਫ ਇੰਨਾ ਹੈ ਕਿ ਕੁਛ ਉਹਨੂੰ ਜੋ ਕਾਗਜ਼ਾਂ ਤੇ ਉਤਾਰ ਲੈਂਦੇ ਨੇ, ਕੁਛ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਪ੍ਰਭਾਵ ਆ ਉਹਨੂੰ ਨਦੀ ਦੇ ਪਾਣੀ ਵਾਂਗੂ ਜਾਣ ਦਿੰਦੇ ਨੇ। ਫਰਕ ਸਿਰਫ ਇੰਨਾ ਹੈ ਕਿ ਹਰ ਬੰਦਾ ਕ੍ਰੀਏਟਿਵ ਆ ਆਪਣੇ ਆਪ 'ਚ। ਯੈਸ। ਸਿਰਫ ਇੰਨਾ ਕਰ ਲਿਆ ਕਿ ਜਿੰਨੇ ਨੇ ਲਿਖ ਲਿਆ, ਜਿੰਨੇ ਪੇਂਟਿੰਗ ਬਣਾ ਲਈ, ਜਿੰਨੇ ਆਪਣੇ ਮਨ 'ਚ ਸਕੈਚ ਬਣਾ ਲਿਆ, ਜਿੰਨੇ ਉਹ ਬੁੱਤ ਘੜ ਲਿਆ, ਮਿੱਟੀ ਉਹਨੇ ਉਸ ਹਿਸਾਬ ਨਾਲ ਮੋਲਡ ਕਰ ਲਈ, ਉਹ ਕਲਾਕਾਰ ਹੋ ਜਾਂਦਾ ਹੈ। ਬਾਕੀ ਜਿਨ੍ਹਾਂ ਨੇ ਸੋਚ ਲਿਆ ਉਹ ਫਿਰ ਸਾਰੇ ਵਕਤ ਦੇ ਨਾਲ ਸਾਰੀ ਚੀਜ਼ ਜਿਹੜੀ ਹੌਲੀ ਹੌਲੀ ਉਹ ਜਾਂਦੀ ਹੈ। ਦੂਸਰਾ, ਉਸ ਤੋਂ ਬਾਅਦ ਭਾਵੁਕਤਾ ਤੋਂ ਬਾਅਦ ਜੋ ਜ਼ਿੰਦਗੀ ਦੀ ਅਸਲੀਅਤ ਹੈ ਉਹ ਮੈਂ ਆਪਣੇ ਵੱਡੇ ਮਾਮਾ ਜੀ ਤੋਂ ਸਿੱਖੀ, ਉਹਨਾਂ ਦੀ ਕੰਪਨੀ 'ਚ। ਅੱਛਾ। ਉਹਨਾਂ ਨੇ ਉਹ ਹੋਲ ਟਾਈਮਰ ਯੂਨੀਅਨ ਦੇ ਰਹੇ ਨੇ ਪ੍ਰਧਾਨ, ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਬਹੁਤ ਕੰਮ ਕੀਤਾ। ਮੈਂ ਉਹਨਾਂ ਦੀ ਕੰਪਨੀ 'ਚ ਜਦੋਂ ਰਿਹਾ ਹੈ ਤੇ ਉਦੋਂ ਮੈਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗਾ। ਭਾਵੁਕਤਾ ਦੇ ਨਾਲ ਨਾਲ ਹੁਣ ਜ਼ਿੰਦਗੀ ਦੀ ਹਕੀਕਤ ਸਾਹਮਣੇ ਆਈ। ਉਸ ਤੋਂ ਬਾਅਦ ਅਫਸਰਸ਼ਾਹੀ ਕੀ ਹੁੰਦੀ ਹੈ ਔਰ ਉਹ ਕਿਵੇਂ ਉਹਨੂੰ ਮੇਨਟੇਨ ਕਰਨਾ ਹੈ, ਉਹ ਫਿਰ ਮੈਂ ਆਪਣੇ ਮਾਸੜ ਜੀ ਤੋਂ ਸਿੱਖਿਆ। ਅੱਛਾ, ਠੀਕ ਹੈ ਨਾ। ਇਹ ਸਾਰੇ ਤੁਹਾਡੇ ਅਗਰ ਮੈਂ ਪੁੱਛਾਂ ਉਹ ਦੱਤਾਤਰੇ ਵਾਂਗੂ ਕਿ ਵੀ ਤੁਹਾਡਾ ਟੀਚਰ ਕੌਣ ਹੈ, ਦੱਤਾਤਰੇ ਨੇ ਕਿਹਾ ਵੀ ਮੇਰੇ ਇੱਕ ਹੀ ਟੀਚਰ ਨੇ। ਹਾਂਜੀ। ਆਮ ਤੌਰ ਤੇ ਕੋਈ ਗੱਲ ਕਰੋ ਸਟੂਡੈਂਟ ਦੇ ਨਾਲ ਕਿ ਤੁਹਾਡੇ ਜ਼ਿੰਦਗੀ 'ਚ ਕਿਹਦਾ ਵੱਡਾ ਰੋਲ ਹੈ, ਤੇ ਸਟੂਡੈਂਟ ਮੇਰੇ ਵਰਗਾ ਕਹਿੰਦਾ ਵੀ ਡਾਕਟਰ ਸਿਪਰਾ ਬੈਨਰਜੀ ਤੇ ਲਲਿਤਾ ਪੰਡਿਤ, ਦੋ ਟੀਚਰਾਂ ਦਾ ਰੋਲ ਮੇਰੀ ਜ਼ਿੰਦਗੀ ਦੇ ਵਿੱਚ ਹੈ। ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਸ਼ਖਸੀਅਤਾਂ ਦਾ ਰੋਲ ਹੈ ਔਰ ਉਹ ਸ਼ਖਸੀਅਤਾਂ ਵੀ ਕਮਾਲ ਦੀਆਂ। ਮੇਰਾ ਦਾਗਿਸਤਾਨ ਦੇ ਰਚయిਤਾ ਤੁਹਾਡੇ ਪਰਿਵਾਰ ਦੇ? ਨਹੀਂ, ਪਰਿਵਾਰ ਸਾਡੇ ਪਰਿਵਾਰ ਦੇ ਨੇ ਜੀ, ਰਸੂਲ ਹਮਜ਼ਾਤੋ ਨੇ। ਅੱਛਾ, ਉਹਨਾਂ ਨੇ ਲਿਖਿਆ। ਅੱਛਾ ਅੱਛਾ ਅੱਛਾ। ਸਾਡੇ ਪਰਿਵਾਰ ਦਾ ਨਹੀਂ। ਉਹ ਰਸ਼ੀਅਨ ਰਾਈਟਰ ਨੇ। ਦਾਗਿਸਤਾਨ ਇੱਕ ਸਟੇਟ ਹੈ ਰਸ਼ੀਆ ਦੇ ਵਿੱਚ, ਉਹਦਾ ਉਹ ਕਵੀ ਹੈ। ਅੱਛਾ। ਉਸ ਕਵੀ ਨੇ ਇੰਨਾ ਕੁਝ ਲਿਖਿਆ ਹੈ ਉਸ ਕਿਤਾਬ ਦੇ ਵਿੱਚ।
ਉਹਨੇ ਮਾਂ ਬੋਲੀ ਬਾਰੇ ਇਹ ਲਿਖਿਆ ਕਿ ਜੇ ਕਿਸੇ ਨੂੰ ਗਾਲ ਦੇਣੀ ਹੋਵੇ ਨਾ ਹਾਂ ਤੇ ਇਹ ਗੱਲ ਦਿਓ ਵੀ ਜਾ ਤੇਰੇ ਬੱਚੇ ਤੇਰੀ ਜ਼ੁਬਾਨ ਭੁੱਲ ਜਾਣ। ਇੰਨਾ ਕੁਛ ਮਤਲਬ ਵੀ ਉਹਨੇ ਆਪਣੀ ਦੂਸਰਾ ਉਹਨਾਂ ਨੇ ਮੈਨੂੰ ਜਿਹੜੀ ਇਹ ਬੜੀ ਪ੍ਰਭਾਵਿਤ ਕੀਤੀ ਉਹਨਾਂ ਦੀ ਗੱਲ, ਉਹਦੇ 'ਚ ਇਹ ਸੀਗਾ ਕਿ ਜੇ ਅਸੀਂ ਆਪਣੇ ਬੀਤੇ ਨੂੰ ਪਿਸਤੌਲ ਨਾਲ ਭੁੰਨਾਂਗੇ ਨਾ ਤੇ ਆਉਣ ਵਾਲਾ ਭਵਿੱਖ ਸਾਨੂੰ ਤੋਪ ਨਾਲ ਫੁੰਡੇਗਾ। ਦੇਖੋ ਕਿੰਨੀਆਂ ਮਤਲਬ ਵੀ ਇਹ ਲੇਖਕ ਦੀਆਂ ਸੱਚਾਈਆਂ ਨੇ। ਸੱਚਾਈਆਂ ਨਹੀਂ, ਤੁਸੀਂ ਹੁਣੇ ਗੱਲ ਦੱਸੀ ਹੈ ਕਿ ਜੇ ਕਿਸੇ ਨੂੰ ਗਾਲ ਕੱਢਣੀ ਹੋਏ ਤਾਂ ਉਹਨੂੰ ਇਹ ਕਹਿ ਦੋ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਔਰ ਤੇਰੇ ਬੱਚੇ ਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਕਿਸੇ ਨੂੰ ਸ਼ਰਾਪ ਦੇਣਾ। ਔਰ ਅੱਜ ਦੇ ਜਿਹੜੇ ਹਾਲਾਤ ਨੇ ਹੈ ਨਾ, ਜਿਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਬਈ ਇੱਕੋ ਭਾਸ਼ਾ ਅਗਰ ਹੈ ਸਾਨੂੰ ਆਉਂਦੀ ਹੈ ਤਾਂ ਸਾਡਾ ਕੋਈ ਵਜੂਦ ਹੈ ਨਾ, ਉਹਦੇ ਨਾਲ ਕੀ ਹੈ, ਇੱਕ ਭਾਸ਼ਾ ਨਹੀਂ ਸਾਡੇ ਹੱਥੋਂ ਜਾ ਰਹੀ, ਸਿਰਫ ਸਾਡੀ ਮਾਂ ਬੋਲੀ ਨਹੀਂ ਜਾ ਰਹੀ, ਇੱਕ ਪੂਰੀ ਦੀ ਪੂਰੀ ਕਲਚਰ ਖਤਮ ਹੁੰਦੀ ਹੈ ਨਾ। ਹਾਂਜੀ, ਸੋ ਇਹਨਾਂ ਸਾਰੇ ਪ੍ਰੋਸੈਸਾਂ ਦੇ ਵਿੱਚੋਂ ਹਕੀਕਤਾਂ ਵੇਖੀਆਂ, ਭਾਵੁਕਤਾ ਵੇਖੀ, ਅਸਲੀਅਤ ਦੇ ਨੇੜੇ ਗਿਆ, ਦੂਰ ਗਿਆ, ਉਹਨਾਂ ਸਾਰਿਆਂ ਦੇ ਫਿਰ ਪ੍ਰਭਾਵ ਜਿਹੜੇ ਹੈਗੇ ਆ ਮੈਂ ਉਹ ਆਪਣੀ ਕਿਤਾਬ ਸੀ ਹਾਸ਼ੀਏ ਵਿੱਚ ਦਰਜ ਕੀਤੇ ਨੇ। ਬਿਊਟੀਫੁਲ। ਸੋ ਭਾਰਤ ਦੀ ਧਰਤੀ ਦੇ ਉੱਤੇ ਭਾਵੁਕਤਾ, ਠੀਕ ਹੈ, ਜੀਵਨ ਦੀ ਸੱਚਾਈ, ਰਿਐਲਿਟੀ ਆਫ ਲਾਈਫ ਔਰ ਅਫਸਰਸ਼ਾਹੀ। ਹਾਂਜੀ, ਇਹਦਾ ਸਮਝਾਓ, ਅਫਸਰਸ਼ਾਹੀ ਦਾ ਕੀ ਮਤਲਬ, ਕਿਸ ਤਰ੍ਹਾਂ? ਅਫਸਰਸ਼ਾਹੀ ਦਾ ਹੈ ਵੀ ਤੁਸੀਂ ਜੋ ਤੁਸੀਂ ਆਪਣੀ ਲਾਈਫ ਦੇ ਵਿੱਚ ਡਿਵੈਲਪ ਕਰਦੇ ਹੋ, ਤੁਹਾਨੂੰ ਸਿਸਟਮ ਦੀਆਂ ਜਿਹੜੀਆਂ ਤਾਰਾਂ ਨੇ ਉਹ ਕਿਵੇਂ ਕੰਮ ਕਰਦੀਆਂ ਨੇ, ਕਿਵੇਂ ਜੋੜਦੀਆਂ ਨੇ, ਕਿਵੇਂ ਉਹਨਾਂ ਦੇ ਵਿੱਚ ਤੁਸੀਂ ਫਿੱਟ ਹੋਣਾ ਹੈ, ਕਿਵੇਂ ਉਹਨਾਂ ਚੋਂ ਨਿਕਲਣਾ ਹੈ, ਉਹ ਸਾਰਾ ਕੁਝ ਮੈਂ ਉਹਨਾਂ ਤੋਂ ਸਿੱਖਿਆ। ਮੈਂ ਇਹ ਕਹਿ ਸਕਦੀ ਹਾਂ ਕਿ ਤੁਸੀਂ ਕਿਤਾਬਾਂ ਦੇ ਵਿੱਚ ਰਾਜਨੀਤੀ, ਸੋਸ਼ੀਓਲੋਜੀ, ਸਾਈਕੋਲੋਜੀ ਨਹੀਂ ਪੜ੍ਹੀ ਮੰਨ ਲਓ, ਜਾਂ ਲਿਟਰੇਚਰ ਨਹੀਂ ਪੜ੍ਹਿਆ ਕਿਉਂਕਿ ਤੁਸੀਂ ਟੀਚਿੰਗ 'ਚ ਨਹੀਂ ਗਏ, ਪਰ ਤੁਸੀਂ ਜ਼ਿੰਦਗੀ ਦੇ ਵਿੱਚੋਂ ਉਹ ਸਾਰਾ ਕੁਝ ਜ਼ਿੰਦਗੀ ਦੀ ਕਿਤਾਬ 'ਚ ਪੜ੍ਹਿਆ। ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਜੋ ਵੀ ਮੈਂ ਹੰਢਾਇਆ ਹੈ ਨਾ ਉਹਨੂੰ ਮੈਂ ਆਪਣੇ ਹਾਸ਼ੀਏ ਕਿਤਾਬ ਦੀ ਨਾ ਉਹਦੇ ਵਿੱਚ ਮੁਖਬੰਦ 'ਚ ਇਹੀ ਲਿਖਿਆ ਗਿਆ ਕਿ ਮੈਂ ਕੋਈ ਬਹੁਤਾ ਵੱਡਾ ਲੇਖਕ ਨਹੀਂ ਹੈ, ਮੈਂ ਬਹੁਤ ਥੋੜ੍ਹਾ ਲਿਖਿਆ। ਲੇਖਕ ਵੱਡਾ ਛੋਟਾ ਨਹੀਂ ਹੁੰਦਾ, ਲੇਖਕ ਹੈ। ਪਰ ਮੈਂ ਮਤਲਬ ਵੀ ਉਹਦੇ ਵਿੱਚ ਮੇਰਾ ਇੱਕ ਪ੍ਰਭਾਵ ਸੀਗਾ ਕਿ ਜਦੋਂ ਅਸੀਂ ਸਕੂਲੇ ਪੜ੍ਹਦੇ ਹੁੰਦੇ ਸੀ ਨਾ ਤੇ ਸਾਡੇ ਟੀਚਰ ਕਹਿੰਦੇ ਹੁੰਦੇ ਸੀਗੇ ਕਿ ਜੇ ਤੁਸੀਂ ਚੰਗੇ ਨੰਬਰ ਲੈਣੇ ਆ ਤੇ ਪੇਪਰ ਦੇ ਹਾਸ਼ੀਏ ਦੇ ਵਿੱਚ ਕੁਝ ਪੁਆਇੰਟ ਲਿਖੋ। ਠੀਕ ਹੈ ਨਾ, ਤੁਸੀਂ ਵੀ ਟੀਚਰ ਰਹੇ, ਤੁਸੀਂ ਵੀ ਜਾਣਦੇ ਹੋ ਸਾਰੀ ਗੱਲ। ਬਿਲਕੁਲ, ਕਿਉਂਕਿ ਜਿਹੜਾ ਪੇਪਰ ਮਾਰਕ ਕਰਨ ਵਾਲਾ ਟੀਚਰ ਹੈ ਜਾਂ ਐਗਜ਼ਾਮੀਨਰ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਨੂੰ ਸਵਾਲ ਆਉਂਦਾ ਹੈ ਔਰ ਟਾਈਮ ਦੀ ਘਾਟ ਕਰਕੇ ਜਾਂ ਇਹ ਪੂਰੇ ਪੁਆਇੰਟ ਜਿਹੜਾ ਹੈਗਾ ਉਹ ਨਹੀਂ ਕਰ ਸਕਿਆ ਹੱਲ, ਪਰ ਇਹਨੂੰ ਪਤਾ ਹੈ ਕਿ ਇਹਦਾ ਜਵਾਬ ਕੀ ਹੈ। ਤੇ ਤੁਹਾਡੀ ਪੁਸਤਕ ਹਾਸ਼ੀਏ, ਇਹ ਹਾਸ਼ੀਏ ਦੇ ਵਿੱਚ ਮੈਂ ਦਰਜ ਕੀਤਾ ਕਿ ਮੈਂ ਉਹ ਜੋ ਪ੍ਰਭਾਵ ਸੀਗੇ ਜ਼ਿੰਦਗੀ ਦੇ, ਹਾਲਾਂਕਿ ਮੈਂ ਬਹੁਤਾ ਲੰਬਾ ਚੌੜਾ ਲਿਖਿਆ ਨਹੀਂ ਹੈ, ਪਰ ਜਿੰਨਾ ਕੁਝ ਮੈਂ ਲਿਖਿਆ ਉਹ ਇੱਕ ਹਾਸ਼ੀਏ ਦੇ ਤੌਰ ਤੇ ਮੈਂ ਦਰਜ ਕਰਦਾ ਰਿਹਾ ਪੇਪਰਾਂ ਤੇ। ਉਹ ਦਰਜ ਕਰਦਿਆਂ ਉਹ ਫਾਈਲ ਬਣ ਗਈ। ਫਾਈਲ ਜਦੋਂ ਬਣੀ ਆ ਤੇ ਜਦੋਂ ਮੇਰੀ ਸ਼ਾਦੀ ਹੋਈ ਆ ਵਿਆਹ ਤੋਂ ਬਾਅਦ, ਮੈਂ ਆਪਣੀ ਮਿਸਜ ਨੂੰ ਮਤਲਬ ਵੀ ਉਹ ਫਾਈਲ ਦੇ ਦਿੱਤੀ। ਅੱਛਾ, ਵੀ ਮੇਰੀ ਤੇ ਇਹੀ ਕਮਾਈ ਆ ਅੱਜ ਤੱਕ। ਹਾਂਜੀ, ਉਹ ਹੁਣ ਮੈਂ ਮਾਫੀ ਚਾਹੁੰਦਾ ਆਪਣੀਆਂ ਭੈਣਾਂ ਤੋਂ, ਬੀਬੀਆਂ ਤੋਂ, ਕਿ ਹਰ ਔਰਤ ਦੀ ਇੱਕ ਫਿਤਰਤ ਹੁੰਦੀ ਆ ਕਿ ਮਤਲਬ ਵੀ ਬੰਦੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਹੁੰਦੀ ਆ ਕਿ ਮਤਲਬ ਵੀ ਇਹ ਅਸਲ ਦੇ ਵਿੱਚ ਹੈ ਕੌਣ ਹੈ। ਬਿਲਕੁਲ ਉਸੇ ਫਿਤਰਤ ਦੇ ਅਧੀਨ ਉਹ ਮੇਰੀ ਮਿਸਜ ਨੇ ਉਹਨੂੰ ਫਾਈਲ ਨੂੰ ਵਾਰ-ਵਾਰ ਪੜ੍ਹਿਆ। ਅੱਛਾ, ਉਹਦੇ ਰਾਹੀਂ ਰਾਜਪਾਲ ਬੋਪਾ ਰਾਏ ਜੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਹਾਂਜੀ, ਉਹ ਪੜ੍ਹਿਆ, ਫਿਰ ਉਹਨੂੰ ਮਤਲਬ ਕਦੀ ਅੱਗੇ ਤੋਂ ਸ਼ੁਰੂ ਕਰਕੇ ਕਦੀ ਪਿੱਛੇ ਤੋਂ ਸ਼ੁਰੂ ਕਰਕੇ ਮਤਲਬ ਵੀ ਉਹ ਨਾ ਕੁਛ ਉਹਦੇ ਚੋਂ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਵੀ ਕੋਈ ਹੈ ਕੀ ਆ। ਪਰ ਜੋ ਮੈਂ ਉਹਨੂੰ ਦੱਸਿਆ ਸੀਗਾ ਮੈਂ ਉਹੀ ਫਾਈਲ ਦੇ ਵਿੱਚ ਸੀਗਾ, ਉਹੀ ਉਹਨੇ ਅੱਜ ਤੱਕ ਸਮਝਿਆ ਜੀ। ਅੱਛਾ, ਦੈਟਸ ਗੁੱਡ, ਦੈਟਸ ਵੈਰੀ ਗੁੱਡ। ਸੋ ਉਸ ਤੋਂ ਬਾਅਦ ਤੁਸੀਂ ਕੈਨੇਡਾ ਜਦੋਂ ਆ ਗਏ ਹੋ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ? ਅਸੀਂ 2003 ਚ ਆਏ ਜੀ। ਅੱਛਾ, 17 ਸਾਲ ਹੋ ਗਏ। 17 ਸਾਲ ਹੋ ਗਏ। ਤੇ ਹੁਣ ਭਾਰਤ ਦੀ ਜ਼ਿੰਦਗੀ ਔਰ ਇੱਥੋਂ ਦੀ ਜ਼ਿੰਦਗੀ ਤੁਸੀਂ ਉੱਥੇ ਵੀ ਬਹੁਤ ਕਰੀਬ ਤੋਂ ਦੇਖੀ ਜ਼ਿੰਦਗੀ ਭਾਰਤ ਦੇ ਵਿੱਚ? ਹਾਂਜੀ, ਮੈਂ ਬਿਲਕੁਲ ਨੇੜੇ ਤੋਂ ਜ਼ਿੰਦਗੀ ਨੇ ਬਹੁਤ ਇਮਤਿਹਾਨ ਲਏ ਜੀ, ਔਰ ਇਮਤਿਹਾਨਾਂ ਦੇ ਜੋ ਵੀ ਰਿਜ਼ਲਟ ਸੀਗੇ ਉਹ ਮੈਂ ਦਰਜ ਕਰਦਾ ਰਿਹਾ, ਔਰ ਇਹ ਸਾਰਾ ਕੁਛ ਇੱਕ ਤਰ੍ਹਾਂ ਦਾ ਨਾ ਮੈਂ
ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਹਰ ਗੱਲ ਦੇ ਨਾਲ ਨਾ ਮੈਂ ਕਹਿ ਰਿਹਾ ਨਹੀਂ, ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਨ ਵਾਸਤੇ, ਇੱਥੇ ਈਗੋ ਦੀ ਗੱਲ ਨਹੀਂ ਹੈਗੀ। ਹਾਂ, ਪਰ ਮੈਂ ਆਪਣੇ ਆਪ ਨੂੰ ਮੈਂ ਹੀ ਕਹੂੰਗੀ, ਪਰ ਉਹ ਮੈਂ ਡਿਫਰੈਂਟ ਹੁੰਦੀ ਹੈ। ਇਸੇ ਗੱਲ ਕਰਕੇ ਨਾ ਮੈਂ ਮਤਲਬ ਵੀ ਇਦਾਂ ਆਉਣ ਤੋਂ ਥੋੜਾ ਡਰਦਾ ਹਾਂ ਕਿ ਮੈਨੂੰ ਮੈਂ ਜ਼ਿਆਦਾ ਨਹੀਂ ਉਹ ਤੁਸੀਂ ਆਪਣੇ ਆਪ ਨੂੰ ਦੱਸਣ ਲਈ ਕਿ ਹਾਂਜੀ, ਉਹ ਕਿਉਂਕਿ ਕਹਿਣਾ ਹੀ ਪੈਣਾ ਸੈਲਫ ਵਾਸਤੇ, ਹੁਣ ਇੱਥੇ ਤੁਹਾਨੂੰ ਕਹਿਣਾ ਪੈਣਾ। ਉਹ ਸਾਡੇ ਇੱਕ ਚਾਚਾ ਜੀ ਆ, ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਸ਼ੇਅਰ ਕਰਦਾ ਹਾਂ। ਉਹ ਜਦੋਂ ਬੋਲਦੇ ਨਾ, ਉਹ ਗੱਲ ਕਰਦੇ ਨੇ, ਉਹ ਬੜੇ ਧਾਰਮਿਕ ਬੰਦੇ ਨੇ। ਹਾਂਜੀ, ਹਾਂ। ਇਹ ਆਰਮੀ 'ਚ ਸੀਗੇ। ਹਾਂਜੀ। ਆਰਮੀ ਦੇ ਵਿੱਚ ਵੀ ਉਹ ਧਾਰਮਿਕ ਗੁਰਦੁਆਰਾ ਸਾਹਿਬ ਉੱਥੇ ਸਾਰੇ ਸੇਵਾ ਨਿਭਾਉਂਦੇ ਸੀ। ਹਾਂ। ਉਹ ਜਦੋਂ ਗੱਲ ਕਰਦੇ ਉਹ ਕਹਿੰਦੇ ਵੀ ਅਸੀਂ ਉੱਥੇ ਗਏ, ਅਸੀਂ ਆਹ ਕੀਤਾ। ਮੈਂ ਬਹੁਤ ਸਤਿਕਾਰ ਉਹਨਾਂ ਦਾ। ਉਹ ਸਾਡਾ ਨਾ ਪਿੰਡ ਨਾ ਥੋੜਾ ਪਾਣੀ ਦੀ ਵਾਰੀ ਦਾ ਕੋਈ ਰੌਲਾ ਗੌਲਾ ਸੀਗਾ, ਤੇ ਸਾਡੀ ਜ਼ਮੀਨ ਉਹੀ ਮਤਲਬ ਵੀ ਦੇਖਭਾਲ ਕਰਦੇ ਆ। ਤੇ ਉਹਨਾਂ ਨੇ ਗੱਲ ਕੀਤੀ ਵੀ ਰਾਜਪਾਲ ਸਿਆਂ ਅਸੀਂ ਉੱਥੇ ਗਏ ਸੀਗੇ, ਅਸਾਂ ਉਹਨਾਂ ਨੂੰ ਆਹ ਕਿਹਾ। ਜਦੋਂ ਕਿੰਨੀ ਵਾਰ ਉਹਨਾਂ ਨੇ ਐਸਾ ਕਿਹਾ ਨਾ, ਮੈਂ ਕਿਹਾ ਚਾਚਾ ਜੀ ਤੁਹਾਡੇ ਨਾਲ ਹੋਰ ਕੌਣ ਗਿਆ ਸੀ? ਉਸ ਤੋਂ ਬਾਅਦ ਤੁਸੀਂ ਕਿਹਾ ਕਿ ਨਹੀਂ, ਮੈਂ ਕਹਿਣਾ ਪੈਣਾ ਮੈਨੂੰ। ਹਾਂ, ਉਦੋਂ ਕਿਹਾ ਵੀ ਉਹ ਕਹਿੰਦੇ ਰਾਜਪਾਲ ਸਿੰਘ ਸਾਡੇ ਨਾਲ ਕਿੰਨੇ ਜਾਣਾ ਸੀ? ਮੈਂ ਸੀ ਜਾਂ ਮੇਰਾ ਰੱਬ ਸੀ ਨਾਲ। ਓ ਵਾਹ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਉਹ ਅਸੀਂ ਮਤਲਬ ਵੀ ਉਹਨਾਂ ਨੂੰ ਉੱਪਰ, ਮੈਂ ਨਹੀਂ ਕਦੀ ਵੀ ਕਹਿੰਦੇ ਵੀ ਮੈਂ ਉੱਥੇ ਗਿਆ। ਹਾਂ, ਨਹੀਂ, ਮੈਂ ਸਮਝ ਸਕਦੀ ਹਾਂ ਕਿ ਤੁਸੀਂ ਇੱਥੇ ਹੁਣ ਅਸੀਂ ਤਾਂ ਨਹੀਂ ਕਹਿ ਰਹੇ ਕਿਉਂਕਿ ਤੁਸੀਂ ਇਹ ਕਵਿਤਾਵਾਂ ਇੱਕ ਤਾਂ ਲਿਖਿਆ ਹੀ ਆਪ ਇਕੱਲੇ ਨੇ, ਹੈ ਨਾ, ਪਰ ਹਾਂ ਰੱਬ ਤੁਹਾਡੇ ਨਾਲ ਜ਼ਰੂਰ ਸੀਗਾ, ਇਹ ਤਾਂ 100% ਹੈ। ਤੇ ਹੁਣ ਮੈਂ ਚਾਹਾਂਗੀ ਤੁਸੀਂ ਕੁਝ ਐਸਾ ਜੋ ਤੁਹਾਨੂੰ ਲੱਗਦਾ ਕਿ ਵਾਕਈ ਸ਼ੇਅਰ ਕਰਨ ਦੇ ਯੋਗ ਹੈ ਦਿਲੋਂ, ਤੇ ਕੁਝ ਆਪਣੀ ਕੋਈ ਰਚਨਾ, ਕੋਈ ਕਵਿਤਾ। ਜਿਹੜਾ ਲੇਖਕ ਹੈ ਨਾ, ਉਹਨੂੰ ਤੇ ਉਹਦੀ ਆਪਣੀ ਹਰ ਰਚਨਾ ਜਿਹੜੀ ਹੈਗੀ ਸੰਤਾਨ ਵਾਂਗੂ ਲੱਗਦੀ ਹੁੰਦੀ ਹੈ, ਸੰਤਾਨ ਵਾਂਗੂ। ਹਾਂਜੀ, ਪਰ ਜੇ ਤੁਸੀਂ ਕਿਧਰੋਂ ਸ਼ੁਰੂਆਤ ਤਾਂ ਕਰਨੀ ਨਾ ਆਪਾਂ। ਹਾਂਜੀ, ਮੈਂ ਜਿਹੜੀ ਗੱਲ ਕੀਤੀ ਸੀ ਕਿ ਆਪਾਂ ਸੱਚ ਦੀ ਗੱਲ ਕਰਾਂਗੇ। ਹਾਂ, ਜ਼ਰੂਰ। ਹਾਂ, ਉਹਦੇ ਤੋਂ ਆਪਾਂ ਮਤਲਬ ਵੀ ਪਹਿਲਾਂ ਸੱਚ ਦੀ ਗੱਲ ਕਰਾਂਗੇ। ਜ਼ਰੂਰ, ਇਰਸ਼ਾਦ। ਉਹਦੇ 'ਚ ਇਹ ਹੈ ਕਿ ਬੀਜੇ ਪਿਤਾ ਜੀ ਅਧਿਆਪਕ ਸੀਗੇ। ਉਹਨਾਂ ਨੇ ਕਲਾਸ ਦੇ ਵਿੱਚ ਸਾਰਿਆਂ ਨੂੰ, ਸਕੂਲ ਦੇ ਵਿੱਚ ਸਾਰਿਆਂ ਨੂੰ, ਬੱਚਿਆਂ ਨੂੰ ਇਹੀ ਸਿੱਖਿਆ ਹੁੰਦੀ ਸੀ ਵੀ ਸੱਚ ਬੋਲਣਾ ਹੈ ਤੇ ਇਮਾਨਦਾਰੀ ਰਹਿਣਾ ਹੈ ਜੀ। ਠੀਕ। ਹੁਣ ਉਹੀ ਸਿੱਖਿਆ ਜਿਹੜੀ ਆ ਉਹਨਾਂ ਦੇ, ਮੈਂ ਨਾਲ ਹੀ ਸਕੂਲ ਜਾਂਦਾ ਸੀ, ਨਾਲ ਹੀ ਆਉਂਦਾ ਸੀਗਾ, ਤੇ ਉਹੀ ਸਿੱਖਿਆ ਜਿਹੜੀ ਹੈਗੀ ਆ ਉਹ ਮੈਨੂੰ ਵੀ ਮਿਲੀ। ਤੇ ਮੈਂ ਕੋਸ਼ਿਸ਼ ਮਤਲਬ ਵੀ ਆਪਣੀ ਲਾਈਫ 'ਚ ਕਰ ਰਿਹਾ ਹਾਂ ਕਿ ਲਾਈਫ ਨੂੰ ਜਿੰਨਾ ਵੀ ਵੱਧ ਤੋਂ ਵੱਧ ਸਿੰਪਲ ਰੱਖ ਸਕਾਂ। ਹਾਂਜੀ, ਬਿਲਕੁਲ, ਤਾਂ ਕਿ ਮੈਨੂੰ ਸੱਚ ਤੇ ਇਮਾਨਦਾਰ ਰਹਿਣ ਦੇ ਵਿੱਚ ਮਦਦ ਮਿਲ ਸਕੇ। ਵੈਰੀ ਗੁੱਡ, ਬਿਲਕੁਲ ਉਹ ਕੋਸ਼ਿਸ਼ ਹੈ। ਬਿਲਕੁਲ। ਤੇ ਇਸੇ ਪ੍ਰਭਾਵ ਨੂੰ ਲੈ ਕੇ ਆ ਵੀ ਦੂਸਰਾ ਇਹ ਹੈ ਕਿ ਜਦੋਂ ਸੱਚ ਦੀ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਉਹਦੇ ਅੰਜਾਮ ਦਾ ਵੀ ਪਤਾ ਹੁੰਦਾ ਹੈ ਕਿ ਮੈਂ ਸੱਚ ਬੋਲਿਆ ਹੈ ਤੇ ਇਹਦਾ ਕੀ ਰਿਜ਼ਲਟ ਨਿਕਲਣਾ। ਹੁਣ ਸਕਰਾਤ ਨੂੰ ਵੇਖ ਲਓ, ਜ਼ਹਿਰ ਪੀਣਾ ਪਿਆ। ਮਨਸੂਰ ਸਾਹਿਬ ਨੂੰ ਜਿਹੜਾ ਹੈਗਾ ਸੂਲੀ ਤੇ ਟੰਗਣਾ, ਜੀਸਸ ਨੂੰ ਦੇਖ ਲਓ। ਹਾਂਜੀ, ਸਾਰਾ ਕੁਝ ਉਸੇ ਪ੍ਰਭਾਵਾਂ ਨੂੰ ਲੈ ਕੇ ਮੇਰੀ ਨਜ਼ਮ ਹੈ ਜੀ। ਇਰਸ਼ਾਦ। ਜ਼ਖਮ ਵਰਗੇ ਬੁੱਲਾਂ ਦੀ ਕਥਾ। ਤੁਹਾਨੂੰ ਸ਼ੱਕ ਹੈ ਮੈਂ ਪੁਸਤਕ ਤੇ ਹੱਥ ਰੱਖ ਕੇ ਸੱਚ ਨਹੀਂ ਬੋਲਾਂਗਾ। ਅੱਛਾ। ਤੁਹਾਨੂੰ ਸ਼ੱਕ ਹੈ ਮੈਂ ਪੁਸਤਕ ਤੇ ਹੱਥ ਰੱਖ ਕੇ ਸੱਚ ਨਹੀਂ ਬੋਲਾਂਗਾ, ਕਿਉਂਕਿ ਤੁਸੀਂ ਜਾਣਦੇ ਹੋ ਸੱਚ ਜ਼ਹਿਰ ਹੁੰਦਾ ਹੈ ਤੇ ਇਸ ਉਮਰੇ ਜ਼ਹਿਰ ਭਲਾ ਕੌਣ ਪੀ ਸਕਦਾ ਹੈ। ਸੁਕਰਾਤ ਤਾਂ ਦੂਰ ਦੀ ਗੱਲ ਹੈ। ਵਾਹ। ਮਨਸੂਰ ਦੀ ਹਿੱਕ ਤੇ ਲਿਖੇ ਸੱਚ ਦੇ ਪੂਰਨੇ ਅੱਖਾਂ ਤੱਕ ਹੀ ਸੀਮਤ ਨੇ। ਤੁਹਾਨੂੰ ਸ਼ੱਕ ਹੈ। ਸੂਲੀ ਦੇ ਹੁਕਮ ਵੇਲੇ ਜ਼ਖਮ ਵਰਗੇ ਬੁੱਲਾਂ ਤੇ ਮੁਸਕਰਾਹਟ ਹੋਵੇਗੀ। ਤੁਹਾਨੂੰ ਡਰ ਵੀ ਹੈ। ਖੈਰ, ਮੈਂ ਆਪਣਾ ਬਿਆਨ ਸ਼ੁਰੂ ਕਰਦਾ ਹਾਂ। ਮੈਂ ਮਹਿਫਿਲ 'ਚ ਪਸਰੀ ਅਚਾਨਕ ਚੁੱਪ ਹਾਂ। ਤਿੜਕ ਜਾਣ ਦਾ ਡਰ ਮੇਰੀ ਉਂਗਲ ਫੜ ਤੁਰਦਾ ਹੈ। ਹਾਂਜੀ। ਅਜਨਬੀ ਰੌਲੇ ਦੀ ਥਾਂ ਜੇ ਸੱਚ ਦੀ ਆਵਾਜ਼ ਹੁੰਦੀ ਤਾਂ ਮੈਂ ਖੇਰੂ ਨਾ ਹੁੰਦਾ। ਹਵਾ ਦੀ ਲਾਸ਼ ਮੇਰੇ ਕਮਰੇ 'ਚੋਂ ਨਾ ਮਿਲਦੀ। ਕੀ ਬਾਤ ਹੈ। ਸੱਚ ਦੀ ਭਾਲ ਖਾਤਰ ਮੈਂ ਦਰਿਆਵਾਂ ਤੋਂ ਰਾਹ ਪੁੱਛਦਾ ਰਿਹਾ। ਹਵਾ ਦੇ ਸਰਨਾਵੇਂ ਲਿਖੀਆਂ ਚਿੱਠੀਆਂ ਤੇ ਕੂੰਜਾਂ ਦੀ ਛਾਵੇਂ ਮਾਰੂ ਥਲ ਦਾ ਸਫ਼ਰ ਮੈਂ ਕੀ ਨਹੀਂ ਕੀਤਾ। ਧੁੰਦਲੇ ਹੁੰਦੇ ਜਾ ਰਹੇ ਇਸ਼ਕ ਵਾਂਗ
ਮੈਂ ਹਿੰਮਤ ਹਾਰਨ ਹੀ ਵਾਲਾ ਸਾਂ ਜਦੋਂ ਮੈਂ ਵੇਖਿਆ ਸੱਚ ਤਾਂ ਦਿਲ ਦੇ ਪਿਛਵਾੜੇ ਨੁੱਕਰ ਚ ਪਿਆ ਹੈ ਜਿਸ ਉੱਪਰ ਭੁਲੇਖਿਆਂ ਧੋਖਿਆਂ ਦਾ ਬਾਥੂ ਉਗਾਇਆ ਹੈ। ਓਏ ਹੋਏ 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 ਹੋਏ, ਇੱਕ ਵਾਰੀ ਦੁਬਾਰਾ ਇਹ ਲਾਈਨ ਦੁਬਾਰਾ। ਧੁੰਦਲੇ ਹੁੰਦੇ ਜਾ ਰਹੇ ਇਸ਼ਕ ਵਾਂਗ ਮੈਂ ਹਿੰਮਤ ਹਾਰਨ ਹੀ ਵਾਲਾ ਸਾਂ ਜਦੋਂ ਮੈਂ ਵੇਖਿਆ ਸੱਚ ਤਾਂ ਦਿਲ ਦੇ ਪਿਛਵਾੜੇ ਨੁੱਕਰ ਚ ਪਿਆ ਹੈ ਜਿਸ ਉੱਪਰ ਭੁਲੇਖਿਆਂ ਧੋਖਿਆਂ ਦਾ ਬਾਥੂ ਉਗਾਇਆ। ਮੈਂ ਕੋਠੇ ਚੜ ਪੱਲਾ ਫੇਰਿਆ ਹਾਂਜੀ ਦੁਨੀਆ ਦੇ ਜੀਵੋ ਇਸ ਬਾਥੂ ਨੂੰ ਕੱਟ ਦੇਵੋ। ਪਰ ਚੌਂਕ 'ਚ ਖੜੇ ਮੇਰੇ ਬੋਲ ਜਾਂਦੀ ਭੀੜ ਦੀ ਪਿੱਠ ਕੂਰਦੇ ਰਹੇ ਤੇ ਫਿਰ ਹਜ਼ੂਰ ਮੇਰੇ ਹੱਥੋਂ ਹਵਾ ਦਾ ਕਤਲ ਹੋ ਗਿਆ। ਓਹੋ ਵਾਹ ਵਾਹ ਵਾਹ। ਤੁਹਾਡਾ ਇਲਜ਼ਾਮ ਗਵਾਹ ਹੈ ਸਮਾਂ ਆਏਗਾ ਜਦ ਹਰ ਮੁਸਕਰਾਹਟ ਦੇ ਅਰਥ ਅਸਲੀ ਹੋਣਗੇ। ਇਤਿਹਾਸ ਦੇ ਪੰਨਿਆਂ ਦੀ ਲਾਲੀ ਹੋਰ ਗਹਿਰੀ ਹੋ ਜਾਵੇਗੀ ਜਦੋਂ ਤੁਹਾਡੇ ਬੁੱਲਾਂ ਦੀ ਮੋਮ ਪਗਰੇਗੀ। ਹੁਣ ਹਾਕਮ ਜਿਹੜਾ ਹੈ ਉਹ ਆਪਣਾ ਫੈਸਲਾ ਸੁਣਾਉਂਦਾ ਹੈ। ਅੱਛਾ ਜੀ। ਇਹਨੇ ਸੱਚ ਭਾਲ ਲਿਆ ਹੈ, ਇਹਦਾ ਹੁਣ ਕੀ ਕਰਨਾ ਹੈ। ਸੱਚ ਦੀ ਭਾਲ ਇਸ ਦਾ ਜੁਰਮ ਹੈ ਤੇ ਇਸ ਦੀ ਸਜ਼ਾ ਮੌਤ ਹੈ। ਹਾਕਮ ਦੇ ਬੋਲਾਂ 'ਚ ਸੰਤੁਸ਼ਟੀ ਵਰਗੀ ਕੰਬਣੀ ਸੀ। ਜ਼ਖਮ ਵਰਗੇ ਬੁੱਲਾਂ ਤੇ ਮੁਸਕਰਾਹਟ ਫੈਲ ਗਈ। ਆਹਾ ਜ਼ਖਮ ਵਰਗੇ ਬੁੱਲਾਂ ਤੇ ਵਾਹ 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 ਵਾਹ। ਪੂਰਾ ਇਤਿਹਾਸ, ਪੂਰੀ ਪਰੰਪਰਾ, ਪੂਰੀ ਕਲਚਰ ਔਰ ਸਾਡੇ ਬਜ਼ੁਰਗਾਂ ਦੀ ਜਿਹੜੀ ਹੌਸਲਾ ਹੈ, ਸਾਡੀ ਪਤਾ ਹੀ ਹੈ ਸਾਡੇ 5ਵੇਂ ਪਾਤਸ਼ਾਹ ਜੀ, ਸਾਡੇ 11ਵੇਂ ਪਾਤਸ਼ਾਹ ਜੀ, ਸਾਡੇ 9ਵੇਂ ਪਾਤਸ਼ਾਹ ਜੀ, 10ਵੇਂ ਪਾਤਸ਼ਾਹ ਜੀ ਔਰ ਉਹਨਾਂ ਦੇ ਬੱਚੇ, ਇਹ ਸਾਰਾ ਕੁਛ ਅਗਰ ਇਤਿਹਾਸ ਦੀ ਉਸ ਘਟਨਾ ਨੂੰ ਵੇਖੀਏ ਤਾਂ ਉਸੇ ਚੀਜ਼ ਦਾ ਤਰਜੁਮਾ ਕਰ ਰਹੀ ਤੁਹਾਡੀ ਕਵਿਤਾ। ਮਿਹਰਬਾਨੀ, ਸ਼ੁਕਰੀਆ ਜੀ। ਹੈ ਨਾ ਕਿ ਉਹਨਾਂ ਜਿਹੜੇ ਹਾਕਮ ਸੀ ਉਹਨਾਂ ਦੇ ਸੰਤੋਸ਼ ਵਿੱਚ ਵੀ ਇੱਕ ਕਮਜ਼ੋਰੀ ਸੀ, ਭੈ ਸੀ। ਔਰ ਜਿਹੜੇ ਉਸ ਹਾਕਮ ਦੇ ਜਿਹੜਾ ਉਹਨਾਂ ਨੂੰ ਦਿੱਤਾ ਹੈ ਜ਼ੁਲਮ ਕੀਤਾ ਉਹਦੇ ਬਾਵਜੂਦ ਵੀ ਉਹਨਾਂ ਦੇ ਚਿਹਰੇ ਤੇ ਉਹ ਮੁਸਕਰਾਹਟ ਸੀ। ਤੁਸੀਂ ਸੋਚੋ ਇਹ ਕਿੱਦਾਂ ਦੀਆਂ ਰੂਹਾਂ ਸੀਗੀਆਂ। ਮੈਂ ਤਾਂ ਸੁਣ ਕੇ ਹੈਰਾਨ ਹੁੰਨੀ ਆ। ਉਤੇ ਤੁਸੀਂ ਅਸੀਂ 500 ਸਾਲ ਹੋ ਗਏ ਨੇ ਜਦੋਂ ਗੱਲਾਂ ਸੁਣਦੇ ਆ, ਸਾਖੀਆਂ ਸੁਣਦੇ ਆ ਤਾਂ ਨਾ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਇੰਨੀ ਤਾਕਤ, ਇੰਨਾ ਹੌਸਲਾ ਔਰ ਇੰਨਾ ਸਭ ਕੁਝ ਗਵਾ ਜਾਂਦੇ ਬਾਵਜੂਦ ਵੀ ਜੀਣ ਦੀ ਔਰ ਪਰਮਾਤਮਾ ਦੇ ਪ੍ਰਤੀ ਇੰਨੀ ਸ਼ਰਧਾ, ਜੀਣ ਦੀ ਤਾਕਤ, ਉਹ ਕਿੱਦਾਂ ਦੀਆਂ ਰੂਹਾਂ ਸੀਗੀਆਂ। ਉੱਥੋਂ ਤੱਕ ਤੇ ਅਸੀਂ ਪਹੁੰਚ ਨਹੀਂ ਸਕਦੇ ਜੀ, ਪਰ ਸਾਡਾ ਸਿਰ ਜ਼ਰੂਰ ਝੁਕਣਾ ਚਾਹੀਦਾ, ਝੁਕਾਉਣਾ ਚਾਹੀਦਾ ਔਰ ਯਾਦ ਰੱਖਣਾ ਚਾਹੀਦਾ। ਔਰ ਮੈਂ ਸੋਚਦੀ ਹਾਂ ਕਿ ਸਾਡੀਆਂ ਜਦ ਤੱਕ ਰਹਿੰਦੀ ਦੁਨੀਆ ਹੈ, ਇਹ ਇਤਿਹਾਸ ਜਿਹੜਾ ਹੈ ਨਾ, ਇਹ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਕਲਮ ਰਾਹੀਂ ਇਹਦਾ ਜਿਹੜੀ ਹੈ ਨਾ ਧਾਰਾ ਵਗਦੀ ਰਹਿਣੀ ਚਾਹੀਦੀ ਹੈ। ਅਸੀਂ ਭਾਵੇਂ ਚਲੇ ਜਾਈਏ ਪਰ ਸਾਡਾ ਇਤਿਹਾਸ ਕਾਇਮ ਰਹੇ, ਇਤਿਹਾਸ ਕਾਇਮ ਰਹਿਣਾ ਚਾਹੀਦਾ। ਔਰ ਹੈ ਵੀ ਅਜੇ ਤੱਕ ਵੀ ਜੀ, ਰਹੇਗਾ ਵੀ। ਐਸੀ ਗੱਲ ਜੋ ਉਹਨਾਂ ਦੀਆਂ ਕੁਰਬਾਨੀਆਂ ਨੇ ਉਹ ਕੋਈ ਆਮ ਕੁਰਬਾਨੀਆਂ ਨਹੀਂ ਹੈਗੀਆਂ। ਪੂਰਾ ਪਰਿਵਾਰ ਆ ਰਿਹਾ। ਅਸੀਂ ਤਾਂ ਭਾਜੀ ਇੱਕ ਲਾਈਟ ਚਲੀ ਜਾਵੇ ਥੋੜੀ ਦੇਰ ਵਾਸਤੇ ਤਾਂ ਸਾਡਾ ਸਿਦਕ ਖਰਾਬ ਹੋ ਜਾਂਦਾ ਹੈ। ਆ ਥੋੜੀ ਜਿਹੀ ਸਨੋ ਪੈ ਜਾਏ ਤਾਂ ਅਸੀਂ ਪਰੇਸ਼ਾਨ ਹੋ ਜਾਂਦੇ, ਥੋੜੀ ਜਿਹੀ ਗਰਮੀ ਹੋ ਜਾਏ ਤਾਂ ਸਾਡੇ ਇੰਨੇ ਬਾਡੀ ਦੇ ਤੇ ਮਨ ਦੇ ਅੰਦਰ ਇੰਨੇ ਵਲਵਲੇ ਉੱਠਦੇ ਵੀ ਕਿੱਥੇ ਪਤਾ ਨਹੀਂ ਕੀ ਹੋ ਗਿਆ ਹੈ। ਜਰਾ ਸੋਚ ਕੇ ਦੇਖੀਏ। ਤੁਸੀਂ ਹੋਰ ਸੋਚ ਲਓ ਵੀ ਸਬਜ਼ੀ ਵਾਲੀ ਪਲੇਟ ਦੇ ਵਿੱਚ ਚਮਚਾ ਗਰਮ ਹੋਵੇ ਤਾਂ ਸਾਡਾ ਹੱਥ ਲੂਸਦਾ ਹੈ। ਕੜਛੀ ਮਾਰਨ ਲੱਗਿਆ ਜਿਹੜਾ ਸਾਡਾ ਹੱਥ ਜਿਹੜਾ ਉਦੋਂ ਰੌਲਾ ਪਾਈਦਾ ਹੈ ਤੇ ਤੱਤੀਆਂ ਤਵੀਆਂ ਤੇ ਬੈਠ ਉਹ ਕਿਵੇਂ ਬਹਿ ਗਏ ਨੇ। ਬਸ ਨਮਸਕਾਰ। ਪਰ ਉਹ ਰੂਹਾਂ ਹੀ ਮਤਲਬ ਕਿ ਔਰ ਬੜਾ ਮਾਣ ਇਸ ਗੱਲ ਦਾ ਕਿ ਅਸੀਂ ਬਿਲੋਂਗ ਕਰਦੇ ਹਾਂ। ਸੋ ਇਹ ਦੇਖੋ ਸ਼ਬਦਾਂ ਦੀ ਗੱਲ ਹੈ ਔਰ ਸ਼ਬਦਾਂ ਦੀ ਚੋਣ ਔਰ ਤੁਹਾਡਾ ਐਕਸਪ੍ਰੈਸ਼ਨ, ਇਹ ਸਾਰਾ ਮਿਲ ਕੇ ਜਿਹੜਾ ਜਿਸ ਸੱਚ ਨੂੰ ਪੇਸ਼ ਤਾਂ ਕਰਦਾ, ਲੇਕਿਨ ਭਾਜੀ ਨਾਲ ਹੌਸਲਾ ਵੀ ਮਿਲਦਾ। ਡਿੱਗਦੇ ਹੋਏ ਸਾਡੇ ਵਿਸ਼ਵਾਸ, ਡਿੱਗਦੇ ਹੋਏ ਸਾਡੇ ਯਕੀਨ ਜ਼ਿੰਦਗੀ ਦੇ ਉੱਪਰੋਂ, ਰਿਸ਼ਤਿਆਂ ਦੇ ਉੱਪਰੋਂ ਔਰ ਹਾਲਾਤਾਂ ਦੇ ਉੱਪਰੋਂ, ਇਹ ਜਿਹੜੀ ਰਚਨਾਵਾਂ ਨੇ ਨਾ ਇਹ ਫਿਰ ਕਾਇਮ ਕਰ ਦਿੰਦੀਆਂ ਨੇ। ਇਹ ਛੋਟੀ ਗੱਲ ਨਹੀਂ, ਛੋਟੀ ਗੱਲ ਨਹੀਂ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਬਿਆਨ ਕੀਤੀ ਹੈ ਸੱਚਾਈ। ਮਿਹਰਬਾਨੀ ਜੀ। ਠੀਕ ਹੈ। ਔਰ ਅਜੇ ਆਪਾਂ ਬ੍ਰੇਕ ਲੈਣ ਤੋਂ ਪਹਿਲਾਂ ਇੱਕ ਕਵਿਤਾ ਜੇ ਤੁਸੀਂ ਹੋਰ ਸ਼ੇਅਰ ਕਰ ਲਓ। ਹਾਂਜੀ, ਉਹ ਤੁਸੀਂ ਪ੍ਰਵਾਸ ਬਾਰੇ ਗੱਲ ਕੀਤੀ ਸੀ ਵੀ ਬਾਹਰ ਕਦੋਂ ਆਏ। ਇਹ ਹੁਣ ਮਤਲਬ ਇੱਥੇ ਆ ਕੇ ਜਿਹੜੀ ਇਹ ਕੈਨੇਡਾ ਦੀ ਗੱਲ ਹੈ ਜੀ। ਅੱਛਾ ਜੀ, ਠੀਕ ਹੈ। ਮੇਰੀ ਨਜ਼ਮ ਹੈ ਟਕੇ ਸੇਰ। ਟਕੇ ਸੇਰ। ਅੱਛਾ, ਟਕੇ ਸੇਰ। ਹਾਂਜੀ। ਟਕਾ ਜਿਹੜਾ ਹੁੰਦਾ ਸੀਗਾ
ਪੁਰਾਣਾ ਜਦੋਂ ਪਹਿਲਾਂ ਆਨਾ ਹੁੰਦਾ ਸੀ, ਟਕਾ ਹੁੰਦਾ ਸੀ, ਉਹ ਪੁਰਾਣੇ ਸਿੱਕੇ ਦੀ ਗੱਲ, ਪੁਰਾਣੀ ਕਰੰਸੀ ਦੀ ਗੱਲ ਹੈ। ਹਾਂ, ਪੁਰਾਣੀ ਕਰੰਸੀ ਦੀ ਗੱਲ। ਉਦੋਂ ਟਕਾ ਸਭ ਤੋਂ ਛੋਟਾ ਮਤਲਬ ਵੀ ਸਿੱਕਾ ਹੁੰਦਾ ਸੀਗਾ। ਠੀਕ ਹੈ, ਠੀਕ ਹੈ, ਬਿਲਕੁਲ। ਮਤਲਬ ਵੀ ਜਿਵੇਂ ਬੜੀ ਸਸਤੀ ਚੀਜ਼ ਹੈ, ਸਸਤੀ ਚੀਜ਼ ਹੁੰਦੀ ਸੀ। ਠੀਕ ਹੈ, ਠੀਕ ਹੈ। ਇਰਸ਼ਾਦ। ਹੁਣ ਉਹਦੇ 'ਚ ਪਹਿਲਾਂ ਪ੍ਰਵਾਸ ਬਾਰੇ ਬ੍ਰੇਕ ਹੋਣ ਵਾਲੀ ਹੈ, ਚਲੋ ਕੋਈ ਗੱਲ ਨਹੀਂ, ਹਾਂਜੀ, ਅਜੇ ਆਪਾਂ ਇੱਕ ਛੋਟੀ ਜਿਹੀ ਨਜ਼ਮ ਪੜ੍ਹ ਸਕਦੇ ਹਾਂ। ਹਾਂ, ਉਹ ਪ੍ਰਵਾਸ ਹੋਣਾ ਜਿਹੜਾ ਹੈਗਾ ਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਜੀ। ਪ੍ਰਵਾਸ ਸਾਨੂੰ ਜਿਉਣਾ ਸਿਖਾਉਂਦਾ, ਸੰਘਰਸ਼ ਕਰਨਾ ਸਿਖਾਉਂਦਾ। ਜਿੰਨੇ ਵੀ ਮੁਲਕਾਂ ਦੇ ਪ੍ਰਵਾਸ ਨੇ ਨਾ, ਪਹਿਲਾਂ ਮੇਰਾ ਵਿਚਾਰ ਬਾਹਰ ਬਾਰੇ ਕੁਝ ਹੋਰ ਸੀਗਾ, ਪਰ ਹੁਣ ਮੈਨੂੰ ਇਹ ਲੱਗਦਾ ਹੈ ਕਿ ਜੇ ਨਾ ਪ੍ਰਵਾਸੀ ਹੋਣਾ ਜ਼ੀਰੋ ਹੋਣਾ ਹੈ, ਠੀਕ ਹੈ ਨਾ। ਨਹੀਂ ਤੇ ਜ਼ੀਰੋ ਹੋ ਕੇ ਜਿੰਨੀ ਦੇਰ ਤੁਸੀਂ ਜ਼ੀਰੋ ਨਹੀਂ ਹੁੰਦੇ, ਤੁਹਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ। ਬਿਲਕੁਲ, ਬਿਲਕੁਲ। ਉਹਦੇ 'ਚ ਪ੍ਰਵਾਸ ਦਾ ਬੜਾ ਵੱਡਾ ਰੋਲ ਹੈ। ਆਪਾਂ ਕਹਿੰਦੇ ਆ ਵੀ ਸਟਾਰਟ ਫਰਮ ਸਕ੍ਰੈਚ। ਹਾਂਜੀ, ਹਾਂ। ਔਰ ਬੜੀ ਤਾਕਤ ਦੀ ਗੱਲ ਹੈ ਕਿ ਅਸੀਂ ਜ਼ੀਰੋ ਤੋਂ ਸ਼ੁਰੂ ਕਰਦੇ ਹਾਂ ਜ਼ਿੰਦਗੀ ਨੂੰ। ਹੁਣ ਫਿਰ ਜਦੋਂ ਜ਼ੀਰੋ ਹੁੰਦੇ ਆ ਤੇ ਸਾਡੇ ਨਾਲ ਕਈ ਕੁਝ ਹੁੰਦਾ ਹੈ, ਉਹ ਸਾਰਾ ਕੁਝ ਇਸ ਕਵਿਤਾ 'ਚ ਬਿਆਨ। ਜੀ ਜ਼ਰੂਰ ਸੁਣਾਓ। ਨਜ਼ਮ ਹੈ ਪਿਆਰੇ ਦਰਸ਼ਕੋ, ਟਕੇ ਸੇਰ। ਨਾਨਕ ਨੇ ਆਖਿਆ ਸੱਚ ਕਮਾ ਕੇ ਹੱਕ ਦਾ ਖਾਈ। ਅੱਛਾ, ਬਿਲਕੁਲ। ਆਪਣੇ ਗੁਰੂ ਸਾਹਿਬ ਦੀ ਗੱਲ ਹੋ ਰਹੀ ਸੀ ਨਾ। ਬਿਲਕੁਲ, ਬਿਲਕੁਲ, ਸੱਚਾ ਸੌਦਾ ਕਰੇ। ਹਾਂ। ਨਾਨਕ ਨੇ ਆਖਿਆ ਸੱਚ ਕਮਾ ਕੇ ਹੱਕ ਦਾ ਖਾਈ। ਗੋਬਿੰਦ ਨੇ ਕਿਹਾ ਗੱਲ ਨਾ ਬਣੇ ਤਾਂ ਭਗਉਤੀ ਅਜਮਾਈ। ਵਾਹ, ਬਿਲਕੁਲ। ਮਾਂ ਨੇ ਸਮਝਾਇਆ ਕੁਝ ਕਰਨ ਤੋਂ ਪਹਿਲਾਂ ਰੱਬ ਧਿਆਈ। ਨਾਨਕ ਦੀ ਮਨ ਸੱਚ ਕਮਾਉਣ ਲਈ ਹੱਕ ਮੰਗੇ, ਬਾਹਾਂ ਉੱਚੀਆਂ ਕਰ ਕਰ ਸੱਚ ਮੰਗੇ, ਪਰ ਨਾ ਹੱਕ ਮਿਲੇ ਨਾ ਸੱਚ ਮਿਲੇ। ਤੇ ਜਦ ਹੱਕ ਖੋਣ ਦੀ ਵਾਰੀ ਆਈ, ਭਗਉਤੀ ਦੀ ਵਾਰੀ ਆਈ, ਤਾਂ ਸਾਹਮਣੇ ਆਪਣੇ ਆਣ ਖਲੋਤੇ। ਤਲਕ ਤਲਕ ਸੱਚਾਈ ਹੈ, ਬੜੀ ਕੌੜੀ ਸੱਚਾਈ ਹੈ। ਕਿਰਪਾਨ ਅਸੀਂ ਕਿਹਦੇ ਤੇ ਚਲਾਈਏ? ਸਾਰੇ ਤੇ ਆਪਣੇ ਨੇ। ਹੱਕ ਮਿਲ ਨਾ ਸਕੇ, ਭਗਉਤੀ ਅਜਮਾ ਨਾ ਹੋਈ, ਰੱਬ ਧਿਆ ਨਾ ਹੋਇਆ, ਤਾਂ ਥੱਕੀਆਂ ਹਾਰੀਆਂ ਬਾਹਾਂ ਨਾਲ ਮੇਜ਼ ਤੇ ਪਿਆ ਗਲੋਬ ਘੁਮਾਇਆ ਤੇ ਸੋਚਿਆ ਕਿ ਪੱਛਮ ਦੇ ਦੇਸ਼ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਧਰਮੀ ਲੋਕਾਂ ਦੇ ਦੇਸ਼ ਨੇ, ਇਸ ਲਈ ਉੱਥੇ ਭਗਉਤੀ ਦੀ ਲੋੜ ਨਹੀਂ ਪੈਣੀ। ਨਾਮ ਨਾਲ ਹੀ ਸਰੂ ਬਣਦਾ ਹੱਕ ਵੀ ਮਿਲੂ। ਪਰ ਇਹ ਤਾਂ ਇੱਥੇ ਆ ਕੇ ਪਤਾ ਲੱਗਾ, ਘਰੋਂ ਬੇਘਰ ਹੋ ਕੇ, ਦੇਸੋਂ ਪਰਦੇਸੀ ਹੋ ਕੇ ਪਤਾ ਲੱਗਾ ਕਿ ਹੱਕ ਹੁੱਕ ਤਾਂ ਦੂਰ ਦੀ ਗੱਲ, ਇੱਥੇ ਤਾਂ ਤੁਹਾਡਾ ਗਿਆਨ, ਈਮਾਨ, ਧਿਆਨ, ਸੱਚ, ਸਬਰ, ਸੰਤੋਖ, ਮੋਹ, ਪਿਆਰ, ਸਤਿਕਾਰ, ਪੈਸਾ, ਰੁਤਬਾ ਤੇ ਹੰਕਾਰ, ਇੱਥੋਂ ਤੱਕ ਕਿ ਸਾਂਝਾ, ਰਿਸ਼ਤੇ ਅਤੇ ਪਰਿਵਾਰ ਟਕੇ ਸੇਰ ਨੇ, ਚਾਹੇ ਖਰੀਦ ਲਓ ਚਾਹੇ ਵੇਚ ਲਓ। ਓਹ, ਕਿਆ ਬਾਤ, ਕਿਆ ਬਾਤ ਹੈ ਭਾਜੀ। ਨਮਸਕਾਰ ਹੈ ਤੁਹਾਨੂੰ ਵੀ। ਕਮਾਲ ਹੈ ਪਿਆਰੇ ਦਰਸ਼ਕੋ, ਕੋਈ ਲਫ਼ਜ਼ ਤਾਂ ਹੈ ਨਹੀਂ ਕਹਿਣ ਨੂੰ ਮੇਰੇ ਕੋਲ। ਇਹ ਪ੍ਰੋਗਰਾਮ ਤੁਹਾਨੂੰ ਲੱਗਦਾ ਹੋਵੇਗਾ ਕਿ ਬੜਾ ਠੰਡਾ ਜਿਹਾ, ਬੜਾ ਸ਼ੀਤਲ ਜਿਹਾ, ਕਿਉਂਕਿ ਇਹ ਗੱਲ ਹੀ ਬੜੀ ਗਹਿਰੀ ਔਰ ਬੜੇ ਠੰਡੇ ਦਿਮਾਗ ਦੇ ਨਾਲ ਔਰ ਬੜੇ ਠਰਮੇ ਦੇ ਨਾਲ, ਬੜੀ ਸਹਿਜਤਾ ਦੇ ਨਾਲ ਇਹਨੂੰ ਸੁਣਨਾ, ਵਾਚਣਾ ਤੇ ਉਹਨੂੰ ਦਿਲ ਤੇ ਉਤਾਰਨ ਦੀ ਲੋੜ ਹੈ। ਸੋ ਐਨੀਵੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਭਾਜੀ ਦੇ ਨਾਲ ਮੈਂ ਰੂਬਰੂ ਫੇਰ ਹੁੰਨੀ ਆ। ਤੁਸੀਂ ਬਣੇ ਰਹਿਣਾ, ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਆਪਾਂ ਦੁਬਾਰਾ। ਗੱਲ ਆਰਾਮ ਦੀ ਹੋਵੇ ਤਾਂ ਮੈਟਰੇਸ ਬਹੁਤ ਮੈਟਰ ਕਰਦੇ ਹਨ। ਰਿਸ਼ੀ ਮੈਟਰੇਸਿਸ ਪਿਛਲੇ 22 ਸਾਲਾਂ ਤੋਂ ontario ਵਿੱਚ ਹੀ ਬਣਾ ਰਹੇ ਹਨ ਆਰਾਮਦਾਇਕ ਮੈਟਰੇਸਿਸ। ਜੀ